ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ। ਅੱਜ ਤੁਹਾਡੇ ਨਾਲ ਇਹ ਦੇਖੋ ਫੁੱਲਾਂ ਦੀ ਗੁਲਜ਼ਾਰ ਤੋਂ ਕਰ ਰਿਹਾ ਕੰਮ ਸ਼ੁਰੂ। ਇਹ ਦੇਖੋ ਇਹ ਪੀਲੇ ਫੁੱਲ ਨੇ ਤੇ ਇਹ ਦੇਖੋ ਇਹ ਹੋਰ ਤਰ੍ਹਾਂ ਦੇ ਨੇ ਤੇ ਇਹ ਜਿਹੜੇ ਫੁੱਲਾਂ ਦੀ ਮਹਿਕ ਹੈ ਤੇ ਫੁੱਲਾਂ ਦੀ ਪਹਿਚਾਣ ਹੈ ਤੇ ਫੁੱਲਾਂ ਦਾ ਰੰਗ ਹੈ ਤੇ ਇਹਨਾਂ ਦੀ ਜਿਹੜੀ ਮਾਲੀ ਦੀ ਜਿਹੜੀ ਇਹਦੇ ਉੱਤੇ ਘਾਲਣਾ ਘਾਲੀ ਹੋਈ ਹੈ। ਇਹ ਪਤਾ ਨਹੀਂ ਘਾਲੀ ਵੀ ਹੈ ਜਾਂ ਨਹੀਂ ਘਾਲੀ, ਟਾਹਣੀਆਂ ਥੱਲੇ ਗਿਰ ਰਹੀਆਂ ਨੇ ਔਰ ਕਿਸ ਹਿਸਾਬ ਨਾਲ ਹੈ। ਇਹ ਜਿਹੜੀਆਂ ਛੋਟੀਆਂ ਬੱਚੀਆਂ ਹੈ ਇਹ ਵੀ ਇੱਕ ਇਹਨਾਂ ਫੁੱਲਾਂ ਦੀ ਡਾਲ ਵਾਂਗੂ ਇੱਕ ਫੁੱਲ ਲੱਗਿਆ ਔਰ ਇਹ ਜਿੱਥੇ ਇਸ ਫੁੱਲ ਦੀ ਸ਼ੋਭਾ ਬਣਦੀ ਹੈ ਜਾਂ ਸਾਰਾ ਕੁਝ ਹੁੰਦਾ ਹੈ ਉਹ ਫੁੱਲ ਜਿਹੜਾ ਹੈ ਫੁੱਲਦਾਨ, ਜਿਹਨੂੰ ਗੁਲਦਸਤਾ ਵੀ ਕਹਿੰਦੇ ਹੋ ਤੁਸੀਂ ਜਾਂ ਜਿਹਨੂੰ ਫਲਾਵਰ ਪੋਟ ਵੀ ਕਹਿੰਦੇ ਹੋ ਤੁਸੀਂ, ਉਸ ਦੀ ਸ਼ਾਨ ਬਣ ਜਾਂਦਾ ਹੈ। ਅਤੇ ਜਿਸ ਘਰ ਦੇ ਵਿੱਚ ਜਾਂਦਾ ਹੈ ਉੱਥੇ ਵੀ ਔਰ ਜਿੱਥੇ ਵੱਡੇ ਵੱਡੇ ਨੇਤਾ ਆਪਸ ਵਿੱਚ ਮਿਲਦੇ ਨੇ ਉਹ ਵੀ ਫੁੱਲਾਂ ਦਾ ਜਿਹੜਾ ਕਰਦੇ ਨੇ ਅਤੇ ਸਿਰਫ ਫੁੱਲ ਓਨੀ ਦੇਰ ਤੱਕ ਹੀ ਉਹਨਾਂ ਦੇ ਸੈਕਟਰੀਆਂ ਦੇ ਹੱਥਾਂ ਵਿੱਚ ਨਜ਼ਰ ਆਉਂਦੇ ਨੇ ਜਿੰਨੀ ਦੇਰ ਤੱਕ ਜਿਹੜਾ ਸਦਰ ਜਿਹੜਾ ਵਿਦੇਸ਼ਾਂ ਤੋਂ ਆਇਆ ਉਹਨੂੰ ਹੱਥ ਹੀ ਫੜਾ ਕੇ 2 ਸਕਿੰਟਾਂ ਦੇ ਵਿੱਚ ਫੁੱਲਾਂ ਨੂੰ ਉੱਧਰ ਕਰ ਦਿੱਤਾ ਜਾਂਦਾ ਅਤੇ ਜੋ ਉਹਨਾਂ ਦੀ ਦੁਰਗਤ ਹੁੰਦੀ ਹੈ ਉਹ ਵੀ ਇੱਕ ਦੇਖਣ ਵਾਲੀ ਹੁੰਦੀ ਹੈ ਅਤੇ ਫੁੱਲਾਂ ਨੇ ਕਦੀ ਕਿਸੇ ਨੂੰ ਉਲੰਭਾ ਨਹੀਂ ਦਿੱਤਾ। ਅਤੇ ਜੇ ਇਹ ਫੁੱਲਾਂ ਦੀ ਵਿਸ਼ੇਸ਼ਤਾ ਤੋਂ ਜਿਹੜੀ ਗੱਲ ਕੀਤੀ ਹੈ ਇਹ ਗੱਲ ਕੀਤੀ ਜਾਏ ਅਤੇ ਧੀਆਂ ਵੀ ਇਸੇ ਤਰ੍ਹਾਂ ਦੇ ਫੁੱਲ ਨੇ ਆਪਣੇ ਮਾਂ ਬਾਪ ਦੀ ਫੁਲਵਾੜੀ ਦਾ, ਆਪਣੀ ਬਾਗਬਾਨੀ ਦਾ, ਔਰ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਕਾਰ ਵਿਹਾਰ ਸ਼ੁਰੂ ਹੁੰਦਾ ਬਚਪਨ ਤੋਂ ਲੱਗ ਕੇ ਅਤੇ ਵਿਆਹ ਸ਼ਾਦੀਆਂ ਤੱਕ ਅਤੇ ਅੱਗੇ ਤੱਕ ਦੀ ਜਿੱਥੋਂ ਤੱਕ ਦੀ ਗੱਲ ਹੋ ਸਕਦੀ ਹੈ ਅਸੀਂ ਕਰਨ ਦਾ ਯਤਨ ਕਰਾਂਗੇ। ਸਾਡੇ ਨਾਲ ਆਏ ਨੇ ਭੈਣ ਜੀ, ਰਿਕੁਐਸਟ ਕੀਤੀ ਹੈ ਉਹਨਾਂ ਨੂੰ ਵੀ ਆ ਜਾਓ ਤੁਸੀਂ ਥੋੜ੍ਹਾ ਜਿਹਾ ਇਹਦੇ ਉੱਤੇ ਵੀ ਚਾਨਣਾ ਪਾ ਦਿਓ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲ ਕਰਾਂਗੇ ਬੇਟੀਆਂ ਦੀ। ਅਸੀਂ ਬੇਟੀਆਂ ਦੀ ਤਰੱਕੀ ਦੇ ਬਾਰੇ ਗੱਲ ਕੀਤੀ, ਅਸੀਂ ਬੇਟੀਆਂ ਦੀ ਪੜ੍ਹਾਈ ਬਾਰੇ ਗੱਲ ਕੀਤੀ, ਅਸੀਂ ਬੇਟੀਆਂ ਦੇ ਅੱਜ ਦੇ ਸਮਾਜ ਵਿੱਚ ਵਿਚਰਨ ਦੀ ਗੱਲ ਕੀਤੀ। ਅੱਜ ਆਪਾਂ ਗੱਲਾਂ ਕਰਾਂਗੇ ਜਿਹੜੀਆਂ ਦਿੱਕਤਾਂ, ਜਿਹੜੀਆਂ ਤਕਲੀਫਾਂ ਜਾਂ ਜਿਹੜੀਆਂ ਮੁਸ਼ਕਿਲਾਂ ਬੱਚੀਆਂ ਨੂੰ ਸਾਡੇ ਸਮਾਜ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਆ ਰਹੀਆਂ ਨੇ ਉਸ ਦੇ ਬਾਰੇ ਦੇ ਵਿੱਚ। ਹੁੰਦਾ ਕੀ ਹੈ ਕਿ ਬੇਟੀ ਜਨਮ ਲੈਂਦੀ ਹੈ ਅਤੇ ਖੁਸ਼ੀ ਮਨਾ ਲੈਂਦੇ ਨੇ ਪਹਿਲੇ ਬੇਟੀ ਬਾਰੇ। ਅਗਰ ਰੱਬ ਨਾ ਕਰੇ ਦੂਸਰੀ ਜਾਂ ਤੀਸਰੀ ਬੇਟੀ ਆ ਜਾਂਦੀ ਹੈ ਅਤੇ ਮਾਂ ਪਿਓ ਨੂੰ ਚਾਹੇ ਕੋਈ ਫ਼ਰਕ ਪਵੇ ਨਾ ਪਵੇ, ਸਾਡੇ ਸਮਾਜ ਨੂੰ, ਸਾਡੇ ਦਾਦਕਿਆਂ ਨੂੰ ਅਤੇ ਈਵਨ ਐਨ ਕਈ ਵਾਰੀ ਨਾਨਕਿਆਂ ਨੂੰ ਵੀ ਬੜਾ ਫ਼ਰਕ ਪੈਂਦਾ ਹੈ ਕਿ ਲਓ ਜੀ ਦੂਜੀ ਬੇਟੀ ਹੋ ਗਈ ਅਤੇ ਹੁਣ ਤੀਜੀ ਬੇਟੀ ਹੋ ਗਈ। ਉਹ ਬੇਟੀਆਂ ਅਨਵਾਂਟਿਡ ਚਾਈਲਡ ਦੀ ਤਰ੍ਹਾਂ ਪਲਦੀਆਂ ਨੇ ਜਿਨ੍ਹਾਂ ਵੱਲ ਕਈ ਵਾਰੀ ਪੇਰੈਂਟਸ ਵੀ ਪੂਰੀ ਤਰੀਕੇ ਤਵੱਜੋ ਨਹੀਂ ਦਿੰਦੇ। ਪਰਿਵਾਰ ਵਿੱਚ ਉਹਨਾਂ ਨੂੰ ਪਿਆਰ ਨਹੀਂ ਮਿਲਦਾ, ਪਰਿਵਾਰ ਵਿੱਚ ਉਹਨਾਂ ਦੀ ਉਹ ਦੇਖਭਾਲ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੁੰਦੀ। ਮੰਨ ਲਓ ਉਹ ਬੇਟੀਆਂ ਜੇ ਪੜ੍ਹ ਲਿਖ ਕੇ ਵੱਡੀਆਂ ਹੋ ਕੇ ਵਿਆਹ ਕੇ ਚਲੀਆਂ ਵੀ ਜਾਂਦੀਆਂ ਨੇ ਅਤੇ ਸਭ ਤੋਂ ਪਹਿਲੀ ਚੀਜ਼ ਇਹ ਆਉਂਦੀ ਹੈਗੀ ਹੈ ਕਿ ਅੱਜ ਦੀ ਡੇਟ 'ਚ ਜੇ ਅਸੀਂ ਦੇਖੀਏ ਇੱਕ ਬੱਚੀ ਦਾ ਵਿਆਹ ਕਰਨਾ ਮੀਨਸ ਘੱਟੋ ਘੱਟ 20 ਤੋਂ 25 ਲੱਖ ਰੁਪਏ ਦਾ ਖਰਚਾ, ਜਿਹਦੇ ਵਿੱਚ ਜੇ ਤੁਸੀਂ ਫਰਨੀਚਰ ਨਹੀਂ ਵੀ ਦਿੰਦੇ ਤਦ ਵੀ ਚੱਲੇਗਾ। 20-25 ਹਜ਼ਾਰ 'ਚ ਕੀ ਹੁੰਦਾ ਹੈ ਕਿ ਜੀ ਤੁਸੀਂ ਮਿਲਨੀਆਂ ਦੇ ਰਹੇ ਹੋ, ਘਰਦਿਆਂ ਨੂੰ ਥੋੜ੍ਹੇ ਬਹੁਤੇ ਗਿਫਟਸ ਦੇ ਰਹੇ ਹੈਗੇ ਹੋ, ਵਿਆਹ ਦਾ ਖਰਚਾ, ਪੈਲਸਾਂ ਦਾ ਖਰਚਾ ਹੀ 4-5 ਲੱਖ ਰੁਪਇਆ ਹੋ ਜਾਂਦਾ ਹੈਗਾ। ਇੰਨੇ ਪੈਸੇ ਲਗਾ ਕੇ ਤੁਸੀਂ ਸ਼ਾਨਦਾਰ ਵਿਆਹ ਕਰਕੇ ਆਪਣੀ ਬੇਟੀ ਨੂੰ ਦੂਸਰੇ ਘਰ ਦੇ ਵਿੱਚ ਭੇਜਦੇ ਹੋ ਇਹ ਸੋਚ ਕੇ ਕਿ ਮੇਰੀ ਬੇਟੀ ਨੂੰ ਆਪਣਾ ਘਰ ਮਿਲੇਗਾ, ਉਹਨੂੰ ਹਸਬੈਂਡ ਮਿਲੇਗਾ, ਸੱਸ ਸਹੁਰਾ, ਨਨਾਣ ਨੰਦੋਈਆ, ਦੇਵਰ ਦੇਵਰਾਣੀ, ਜੇਠ ਜੇਠਾਣੀ, ਬਹੁਤ ਸਾਰੇ ਰਿਸ਼ਤੇ ਮਿਲਣਗੇ ਜਿਹੜੇ ਉਹਨੂੰ ਬਹੁਤ ਪਿਆਰ ਨਾਲ ਰੱਖਣਗੇ। ਜਦੋਂ ਬੱਚੀ ਦੂਜੇ ਘਰ ਦੇ ਵਿੱਚ ਜਾਂਦੀ ਹੈ ਕਈਆਂ ਨੂੰ ਤਾਂ ਪਿਆਰ ਮਿਲ ਜਾਂਦਾ ਪਰ ਜ਼ਿਆਦਾਤਰ ਘਰਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਆਂਦੀ ਬੇਟੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੋਂ ਤੱਕ ਦੇਖਣ ਦੇ ਵਿੱਚ ਆਇਆ ਹੈਗਾ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਹੁੰਦਾ ਕਿ ਜੇ ਸਾਹਮਣੇ ਪਾਣੀ ਦਾ ਗਲਾਸ ਵੀ ਪਿਆ ਨਾ ਅਤੇ ਘਰ ਦੇ ਕਹਿੰਦੇ ਤੂੰ ਸਾਨੂੰ ਚੱਕ ਕੇ ਫੜਾ ਦੇ ਅਤੇ ਅਸੀਂ ਪੀ ਲਾਂਗੇ, ਤੁਸੀਂ ਘਰ ਦੇ ਸਾਰੇ ਕੰਮਾਂ ਨੂੰ ਸੰਭਾਲਣਾ, ਤੁਸੀਂ ਬਾਹਰ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਣਾ। ਬੇਟੀ ਚਾਹੁੰਦੇ ਹੋਏ ਜਾਂ ਅਣਜਾਣੇ ਦੇ ਵਿੱਚ ਜਾਂ ਜਾਣਬੁੱਝ ਕੇ ਵੀ ਕਹਿ ਲਓ ਕਿਤੇ ਨਾ ਕਿਤੇ ਇਹਨਾਂ ਦੇ ਇਨਫਲੂਐਂਸ ਦੇ ਵਿੱਚ ਆ ਜਾਂਦੀ ਹੈ ਅਤੇ ਸਾਰੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਉਹ ਆਪਣੀ ਖੁਸ਼ੀ ਕਿਤੇ ਨਾ ਕਿਤੇ ਗਵਾ ਦਿੰਦੀ ਹੈ। ਇੱਥੋਂ ਤੱਕ ਦੇਖਣ 'ਚ ਆਇਆ ਕਿ ਕੁੜੀਆਂ ਕਮਾਉਂਦੀਆਂ ਨੇ, ਪੈਸਾ ਕਮਾਉਂਦੀਆਂ ਨੇ, ਜੌਬ ਕਰਦੀਆਂ ਨੇ, ਪਰ ਫਿਰ ਵੀ ਘਰਾਂ ਦੇ ਵਿੱਚ ਆ ਕੇ ਉਹਨਾਂ ਨਾਲ ਜਿਹੜਾ ਰਵੱਈਆ ਹੁੰਦਾ ਉਹ ਕੋਈ ਅੱਛਾ ਨਹੀਂ ਹੁੰਦਾ। ਉਹਨਾਂ ਦੇ ਨਾਲ ਬਿਹੇਵ, ਹਸਬੈਂਡ ਵਾਈਫ ਦੋਨੋਂ ਜਣੇ ਮੰਨ ਲਓ ਕੰਮ ਕਰਕੇ ਆਏ ਵੀ ਆ
ਤੇ ਉਹਦੇ ਵਿੱਚ ਇਹ ਨਹੀਂ ਹੁੰਦਾ। ਚਾਹ ਬਣਾਉਣ ਦੀ ਜ਼ਿੰਮੇਵਾਰੀ, ਖਾਣਾ ਬਣਾਉਣ ਦੀ ਜ਼ਿੰਮੇਵਾਰੀ ਹਮੇਸ਼ਾ ਲੜਕੀ ਦੀ ਰਹਿੰਦੀ ਹੈ, ਕਿਉਂਕਿ ਨਾ ਤੇ ਸੱਸ ਸਹੁਰੇ ਇਸ ਚੀਜ਼ ਦੇ ਲਈ ਉਹਦੀ ਹੈਲਪ ਕਰਦੇ ਨੇ ਤੇ ਨਾ ਹੀ ਉਹਦਾ ਹਸਬੈਂਡ ਹੈਲਪ ਕਰਦਾ। ਉਹ ਕੁੜੀ ਵਿਚਾਰੀ ਜਿਹੜੀ ਹੁੰਦੀ ਹੈ ਅੱਜ ਦੇ ਟਾਈਮ ਦੇ ਵਿੱਚ ਇੱਕ ਪੀਸੀ ਜਾਂਦੀ ਹੈ, ਔਰ ਅਗਰ ਉਹ ਮੰਨ ਲਓ ਘਰਦਿਆਂ ਵੱਲੋਂ, ਆਪਣੇ ਪੇਰੈਂਟਸ ਵੱਲੋਂ ਅਨਵਾਂਟਡ ਚਾਈਲਡ ਹੋਵੇ ਤੇ ਉਹ ਵਿਚਾਰੀ ਪਿੱਛੇ ਵੀ ਮੁੜ ਕੇ ਨਹੀਂ ਜਾ ਸਕਦੀ ਹੁੰਦੀ। ਤੇ ਜੇ ਮੰਨ ਲਓ ਅਨਵਾਂਟਡ ਚਾਈਲਡ ਨਹੀਂ ਵੀ ਹੈ, ਡਿਵੋਰਸ ਲੈ ਲੈਂਦੀ ਹੈਗੀ ਹੈ, ਤੇ ਫਿਰ ਸਮਾਜ ਦੇ ਵਿੱਚ ਸਾਰਾ ਕਸੂਰ ਉਸ ਲੜਕੀ ਦਾ ਕੱਢਿਆ ਜਾਂਦਾ ਹੈ ਕਿ ਜੀ ਇਹ ਆਪਣੇ ਘਰ ਨਹੀਂ ਵਸੀ, ਇਹ ਕੁੜੀ ਠੀਕ ਨਹੀਂ ਹੈਗੀ, ਇਹਦੀ ਮਾਂ ਨੇ ਇਹਨੂੰ ਕੁਝ ਸਿਖਾਇਆ ਨਹੀਂ ਹੋਏਗਾ। ਇਹ ਆਮ ਜੀਆਂ ਗੱਲਾਂ ਨੇ ਜਿਹੜੀਆਂ ਸਾਡਾ ਸਮਾਜ ਕਰਨੀਆਂ ਸ਼ੁਰੂ ਕਰ ਦਿੰਦਾ। ਤੇ ਮੰਨ ਲਓ ਥੋੜੀ ਦੇਰ ਬਾਅਦ ਨੈਚੁਰਲੀ ਪੇਰੈਂਟਸ ਨੇ ਵੀ ਬੱਚੀ ਨੂੰ ਘਰ ਨਹੀਂ ਬਿਠਾ ਕੇ ਰੱਖਣਾ ਹੁੰਦਾ, ਦੂਸਰਾ ਵਿਆਹ ਕਰ ਦਿੱਤਾ ਜਾਂਦਾ ਹੈ। ਜੇ ਉਹਦਾ ਦੂਸਰਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਫਿਰ ਤੇ ਜੇ ਅੱਛਾ ਪਰਿਵਾਰ ਮਿਲ ਜਾਵੇ, ਕਈ ਵਾਰੀ ਲੜਕੇ ਵੀ ਦੁਖੀ ਹੋਏ ਹੁੰਦੇ ਨੇ, ਜੇ ਉੱਦਾਂ ਦਾ ਕੋਈ ਪਰਿਵਾਰ ਮਿਲ ਜਾਵੇ ਫਿਰ ਤੇ ਜ਼ਿੰਦਗੀ ਸਹੀ ਚੱਲ ਜਾਂਦੀ ਹੈ। ਪਰ ਮੰਨ ਲਓ ਜੇ ਉੱਦਾਂ ਦਾ ਪਰਿਵਾਰ ਨਹੀਂ ਮਿਲਦਾ, ਪਹਿਲੀ ਗੱਲ ਤੇ ਡਿਵੋਰਸੀ ਕੁੜੀ ਨੂੰ 2-3 ਬੱਚਿਆਂ ਵਾਲਾ ਪਿਓ ਮਿਲਦਾ, ਜਾਂ ਜੇ ਨਹੀਂ ਵੀ ਸਿੰਗਲ ਬੰਦਾ ਮਿਲ ਵੀ ਜਾਂਦਾ, ਉਹਨੂੰ ਮੈਰਿਡ ਹੋਵੇ, ਡਿਵੋਰਸੀ ਹੋਵੇ ਜਾਂ ਵਿਡੋਵਰ ਹੋਵੇ, ਉਹਨੂੰ ਮਿਲ ਵੀ ਜਾਂਦਾ ਤੇ ਉਹਨਾਂ ਦਾ ਇਹ ਹੁੰਦਾ ਕਿ ਇੱਕ ਵਾਰੀ ਇਹਦਾ ਡਿਵੋਰਸ ਹੋ ਚੁੱਕਾ ਨਾ, ਹੁਣ ਅਸੀਂ ਇਹਦੇ ਨਾਲ ਜਿੱਦਾਂ ਦਾ ਮਰਜ਼ੀ ਸਲੂਕ ਕਰ ਲਈਏ, ਇਹ ਆਪਣਾ ਘਰ ਛੱਡ ਕੇ ਵਾਪਸ ਨਹੀਂ ਜਾ ਸਕਦੀ, ਕਿਉਂਕਿ ਨਾ ਤੇ ਉਹਦਾ ਪਰਿਵਾਰ ਉਹਨੂੰ ਵਾਪਸ ਐਕਸੈਪਟ ਕਰਦਾ ਤੇ ਨਾ ਹੀ ਸਾਡਾ ਸਮਾਜ। ਤੇ ਉਸ ਲੜਕੀ ਦੀ ਸੋਚ ਵੀ ਇਸੇ ਤਰ੍ਹਾਂ ਹੁੰਦੀ ਹੈ ਕਿ ਜੇ ਮੈਂ ਇੱਥੇ ਵੀ ਨਾ ਵਸੀ, ਮੈਂ ਪਹਿਲੀ ਵਾਰ ਵੀ ਗੱਲਾਂ ਸੁਣੀਆਂ ਨੇ ਤੇ ਹੁਣ ਪਤਾ ਨਹੀਂ ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਣਗੀਆਂ। ਸੋ ਇਸੇ ਚੀਜ਼ ਨੇ ਸਾਡੇ ਸਮਾਜ ਦੇ ਵਿੱਚ ਲਿਵਿੰਗ ਰਿਲੇਸ਼ਨਸ਼ਿਪ ਨੂੰ ਵੀ ਲੈ ਕੇ ਆਉਂਦਾ। ਸਾਨੂੰ ਚਾਹੀਦਾ ਤੇ ਇਹ ਹੁੰਦਾ ਕਿ ਹਰ ਸਿੱਕੇ ਦੇ 2 ਪਹਿਲੂ ਹੁੰਦੇ ਆ। ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇੱਕ ਬੱਚੀ ਘਰ ਪਰਿਵਾਰ ਛੱਡ ਕੇ ਅਗਰ ਦੂਜੀ ਫੈਮਿਲੀ ਦੇ ਵਿੱਚ ਜਾਂਦੀ ਹੈ ਤੇ ਅਗਰ ਉਹਨੂੰ ਉੱਥੇ ਪਿਆਰ ਨਹੀਂ ਮਿਲਦਾ, ਅਗਰ ਉਹਨੂੰ ਉੱਥੇ ਸਨਮਾਨ ਨਹੀਂ ਮਿਲਦਾ, ਉਹਨੂੰ ਬਰਾਬਰੀ ਦਾ ਦਰਜਾ ਜਾਂ ਬਰਾਬਰੀ ਦਾ ਨਹੀਂ ਵੀ ਮਿਲਦਾ, ਥੋੜਾ ਘੱਟ ਵੀ ਮਿਲਦਾ, ਜਾਂ ਕਿਤੇ ਇਹ ਤੇ ਨਹੀਂ ਕਿ ਉਹਦੇ ਨਾਲ ਨੌਕਰਾਂ ਵਰਗਾ ਸਲੂਕ ਹੋ ਰਿਹਾ, ਉਹਨੂੰ ਅਨਨੈਸੈਸਰੀ ਦਬਾਇਆ ਜਾ ਰਿਹਾ, ਉਹਦੇ ਉੱਤੇ ਹਰ ਕੰਮ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ, ਅਸੀਂ ਇਹ ਕਦੀ ਨਹੀਂ ਸੋਚਦੇ। ਅਸੀਂ ਹਮੇਸ਼ਾ ਇਹੀ ਚੀਜ਼ਾਂ ਸੋਚਦੇ ਹਾਂ ਕਿ ਲੜਕੀ ਦੀ ਗਲਤੀ ਹੈ, ਇਹ ਨਹੀਂ ਵਸੀ ਉਸ ਘਰ 'ਚ, ਤੇ ਜੇ ਰੱਬ ਨਾ ਕਰੇ ਦੂਜੀ ਜਗ੍ਹਾ ਉਹਦਾ ਡਿਵੋਰਸ ਹੋ ਜਾਵੇ ਤੇ ਫਿਰ ਤੇ ਸਾਡਾ ਸਮਾਜ ਉਹਨੂੰ ਬਿਲਕੁਲ ਹੀ ਬਾਈਕਾਟ ਕਰ ਦਿੰਦਾ। ਤੇ ਜੇ ਅੱਗੇ ਉਹਦੇ ਕਿਤੇ ਲੜਕੀ ਹੋਵੇ ਤੇ ਉਹਨੂੰ ਉਸ ਬੱਚੇ ਨੂੰ ਵਿਆਹਣਾ ਤੱਕ ਮੁਸ਼ਕਿਲ ਹੋ ਜਾਂਦਾ, ਕਿਉਂਕਿ ਇਹ ਚੀਜ਼ ਹੋ ਜਾਂਦੀ ਹੈ ਕਿ ਮਾਂ ਦੇ ਆਲਰੇਡੀ 2 ਡਿਵੋਰਸ ਹੋਏ ਨੇ। ਸੋ ਜੇ ਇੱਕ ਵੀ ਡਿਵੋਰਸੀ ਹੁੰਦੀ ਹੈ, ਮੰਨ ਲਓ ਉਹ ਵਿਆਹ ਨਹੀਂ ਕਰਵਾਉਂਦੀ ਹੈਗੀ, ਤੇ ਉਹਦੀ ਬੱਚੀ ਨੂੰ ਹਮੇਸ਼ਾ ਇਸ ਚੀਜ਼ ਦਾ ਡਰ ਰਹਿੰਦਾ ਕਿ ਕਿਤੇ ਇਹ ਨਾ ਹੋਵੇ ਮੇਰਾ ਡਿਵੋਰਸ ਹੋ ਜਾਵੇ। ਸਮਾਜ ਇੱਕ ਮਾਂ ਦੇ ਡਿਵੋਰਸ ਨੂੰ ਮੰਨ ਲੈਂਦਾ, ਪਰ ਜੇ ਬੇਟੀ ਦਾ ਵੀ ਹੋ ਜਾਵੇ ਫਿਰ ਤੇ ਸਾਰਾ ਖਾਨਦਾਨ ਉਸ ਲੜਕੀ ਦਾ ਗਲਤ ਹੋ ਜਾਂਦਾ। ਕਿਉਂ? ਕਿਉਂਕਿ ਮਾਂ ਦਾ ਵੀ ਡਿਵੋਰਸ ਹੋ ਗਿਆ ਤੇ ਬੇਟੀ ਦਾ ਵੀ ਡਿਵੋਰਸ ਹੋ ਗਿਆ, ਤੇ ਅੱਗੋਂ ਉਹਦੇ ਬੱਚਿਆਂ ਲਈ ਤੇ ਫਿਰ ਰਿਸ਼ਤਿਆਂ ਦੀ ਬਿਲਕੁਲ ਕਮੀ ਹੋ ਜਾਂਦੀ ਹੈ। ਸਮਾਜ ਦੇ ਵਿੱਚ ਉਹ ਬੇਟੀ ਦੀ ਇੱਜ਼ਤ ਜਗ੍ਹਾ ਬਿਲਕੁਲ ਹੀ ਚਲੀ ਜਾਂਦੀ ਹੈ। ਬਹੁਤ ਸਾਰੇ ਬੰਦੇ, ਬਹੁਤ ਸਾਰੇ ਰਿਸ਼ਤੇ, ਬਹੁਤ ਸਾਰੇ ਦੋਸਤ ਮਿੱਤਰ ਉਹਦਾ ਨਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਨੇ। ਸੋ ਸਾਡੇ ਸਮਾਜ ਨੂੰ ਜ਼ਰੂਰਤ ਹੈ ਅੱਜ ਦੀ ਡੇਟ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਦੀ। ਅਸੀਂ ਬੱਚਿਆਂ ਦੀ ਮੁਸ਼ਕਿਲਾਂ ਨੂੰ ਸਮਝੀਏ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਦਖਲ ਨਹੀਂ ਦੇਣਾ, ਦੂਸਰੇ ਪਾਸੇ ਅਸੀਂ ਇੱਦਾਂ ਦੀ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੇ ਸਵਾਦ ਲੈਣੇ ਹੈਗੇ ਆ ਕਿ ਜੀ ਕੀ ਗੱਲ ਹੋ ਗਈ, ਕਿਉਂ ਡਿਵੋਰਸ ਹੋ ਗਿਆ, ਕੋਈ ਦੂਜਾ ਰਿਸ਼ਤਾ ਲੱਭਿਆ ਕਿ ਨਹੀਂ ਲੱਭਿਆ, ਕੀ ਗੱਲ ਹੈ ਦੂਜੀ ਥਾਂ ਤੋਂ ਵੀ ਘਰ ਵਾਪਸ ਆ ਕੇ ਬੈਠ ਗਈ ਹੈ, ਕੀ ਰੀਜ਼ਨ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਖ਼ਤਮ ਕਰਨਾ ਚਾਹੀਦਾ ਹੈ। ਹਰ ਇਨਸਾਨ ਦੀ ਆਪਣੀ ਜ਼ਿੰਦਗੀ ਹੈ। ਅਗਰ 2 ਬੰਦਿਆਂ ਦੇ ਵਿੱਚ ਕੰਪੈਟੇਬਿਲਿਟੀ ਨਹੀਂ ਬੈਠ ਰਹੀ ਹੈਗੀ, ਇੱਕ ਪਰਿਵਾਰ ਦੇ ਵਿੱਚ ਜਾ ਕੇ ਬੱਚੀ ਉਸ ਗੁਲਦਸਤੇ ਦੇ ਵਿੱਚ ਨਹੀਂ ਸੱਜ ਰਹੀ ਹੈਗੀ, ਨਹੀਂ ਕੰਫਰਟੇਬਲ ਫੀਲ ਕਰਦੀ ਹੈਗੀ, ਅਗਰ ਉਹ ਬੇਟੀ ਵਾਪਸ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੁੰਦੀ ਹੈ ਜਾਂ ਉਹ ਤਿਬਾਰਾ ਸ਼ੁਰੂ ਕਰਨਾ ਚਾਹੁੰਦੀ ਹੈ, ਤੇ ਸਾਨੂੰ ਉਹਨੂੰ ਬਾਰ-ਬਾਰ ਮੌਕਾ ਦੇਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਇੱਕ ਐਕਸੀਡੈਂਟ ਤੋਂ ਬਾਅਦ ਅਸੀਂ ਗੱਡੀ ਚਲਾਉਣਾ ਛੱਡ ਨਹੀਂ ਦਿੰਦੇ, ਤੇ ਜੇ ਦੁਬਾਰਾ ਐਕਸੀਡੈਂਟ ਹੋ ਜਾਂਦਾ ਤਦ ਵੀ ਅਸੀਂ ਛੱਡ ਨਹੀਂ ਦਿੰਦੇ। ਸੋ ਇਹੀ ਚੀਜ਼ ਜ਼ਿੰਦਗੀ ਦੇ ਨਾਲ ਹੈ
ਕਿ ਬੱਚੀਆਂ ਨੂੰ ਪੂਰਾ ਮੌਕਾ ਦੇਣਾ ਚਾਹੀਦਾ ਹੈ। ਇੱਕ ਛੋਟਾ ਜਿਹਾ ਸਵਾਲ, ਜੀ ਵੀਰ ਜੀ। ਸ਼ਾਦੀ ਤੋਂ ਬਾਅਦ ਸੱਸ ਸਹੁਰਾ ਜਾਂ ਨਨਾਣ ਜਿਹੜੀ ਹੈ ਉਹ ਉਹਨਾਂ ਦੀ ਇੱਕ ਤੀਵਰਤਾ ਤੇ ਜਿਹੜੀ ਤੀਖਣ ਬੁੱਧੀ ਹੈ ਤੇ ਤੀਖਣਤਾ ਜਿਹੜੀ ਉਹਨਾਂ ਦੀ ਗਤੀ ਵਿੱਚ ਉਹ ਇਸ ਹਿਸਾਬ ਨਾਲ ਚੱਲਦੀ ਹੈ ਕਿ ਉਹਨੂੰ ਆਂਦਿਆਂ ਸਾਰ ਕਹਿ ਦਿੱਤਾ ਜਾਂਦਾ ਹੈ ਕਿਚਨ ਤੂੰ ਸੰਭਾਲਣੀ ਹੈ। ਬਿਲਕੁਲ। ਇਹਦੇ ਬਾਰੇ ਕੀ ਕਹੋਗੇ? ਦੇਖੋ, ਸਭ ਤੋਂ ਪਹਿਲੀ ਚੀਜ਼ ਪਤਾ ਕੀ ਹੁੰਦੀ ਹੈ ਕਿ ਜੀ ਆਉਂਦਿਆਂ ਸਾਰ ਸਭ ਤੋਂ ਪਹਿਲੇ ਨੂੰਹ ਨੂੰ ਇਹ ਨਹੀਂ ਦੇਖਣ ਦਿੱਤਾ ਜਾਂਦਾ ਕਿ ਉਹਨੂੰ ਘਰ ਦੇ ਵਿੱਚ ਮੌਕਾ ਦਿਓ ਕਿ ਤੁਹਾਡੇ ਮਾਹੌਲ ਨੂੰ ਜੱਜ ਕਰ ਸਕੇ, ਤੁਹਾਨੂੰ ਸਭ ਨਾਲ ਆਪਣਾ ਤਾਲਮੇਲ ਬਿਠਾ ਸਕੇ, ਉਸ ਘਰ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਆਪਣੇ ਆਪ ਨੂੰ ਐਡਜਸਟ ਕਰ ਸਕੇ ਤੇ ਫਿਰ ਹੌਲੀ ਹੌਲੀ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੱਕੇ। ਹੁੰਦਾ ਕੀ ਹੈ, ਆਉਂਦੇ ਸਾਰ ਉਹਦੇ ਉੱਤੇ ਜ਼ਿੰਮੇਵਾਰੀਆਂ ਪਾ ਦਿੱਤੀਆਂ ਜਾਂਦੀਆਂ ਨੇ। ਕਿਸ ਤਰ੍ਹਾਂ? ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਸੱਸ ਸਹੁਰੇ ਦੇ ਪੈਰੀ ਹੱਥ ਲਗਾਉਣੇ ਆ। ਪੁੱਛੇ ਤੁਹਾਡੀ ਬੇਟੀ ਤੁਹਾਡੇ ਪੈਰੀ ਹੱਥ ਲਗਾਉਂਦੀ ਹੈ, ਤੁਹਾਡਾ ਬੇਟਾ ਤੁਹਾਡੇ ਪੈਰੀ ਹੱਥ ਲਗਾਉਂਦਾ ਹੈ, ਪਰ ਨਹੀਂ, ਸੱਸ ਸਹੁਰੇ ਦੀ ਇੱਜ਼ਤ ਸਿਰਫ ਪੈਰੀ ਹੱਥ ਦੇ ਵਿੱਚ ਹੈ। ਉੱਥੇ ਜ਼ਿਆਦਾਤਰ ਸੱਸਾਂ ਦੇ, ਮੈਂ ਇਹ ਨਹੀਂ ਕਹਿੰਦੀ ਸਾਰਿਆਂ ਦੇ, ਸਾਡੇ ਲਈ ਰਿਸਪੈਕਟ ਹੈਗੀ ਹੈ ਇਸ ਚੀਜ਼ ਦੀ ਕਿ ਜੀ ਬੱਚੇ ਪੈਰੀ ਹੱਥ ਲਗਾਉਂਦੇ ਨੇ, ਪਰ ਆਪਣੀ ਇੱਛਾ ਮੁਤਾਬਕ, ਬੰਦਿਸ਼ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਉੱਤੇ। ਔਰ ਕਈ ਵਾਰੀ ਸੱਸਾਂ ਇਸ ਚੀਜ਼ ਨੂੰ ਇੱਕ ਜਿੱਦਾਂ ਕਹਿ ਲਓ ਇਸ਼ੂ ਬਣਾ ਲੈਂਦੀਆਂ ਹੈਗੀਆਂ ਨੇ ਕਿ ਜੀ ਮੰਨ ਲਓ ਜੇ ਬੱਚੀ ਪ੍ਰੈਗਨੈਂਟ ਵੀ ਆ, ਉਹਨੂੰ ਕੋਈ ਪ੍ਰੋਬਲਮ ਵੀ ਹੈ ਤੇ ਉਹਨੇ ਪੈਰੀ ਹੱਥ ਨਹੀਂ ਲਗਾਏ ਤੇ ਇਸ ਛੋਟੀ ਜੀ ਗੱਲ ਪਿੱਛੇ ਵੀ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ ਕਿ ਹਾਂ ਜੀ ਅੱਜ ਇਹਨੇ ਮੇਰੇ ਪੈਰੀ ਹੱਥ ਨਹੀਂ ਲਗਾਏ, ਅੱਜ ਮੇਰੀ ਇਹਨੇ ਇੱਜ਼ਤ ਨਹੀਂ ਕੀਤੀ। ਮੈਨੂੰ ਕਦੀ ਵੀ ਇਹ ਚੀਜ਼ ਸਮਝ ਨਹੀਂ ਆਈ ਕਿ ਪੈਰੀ ਹੱਥ ਲਗਾਉਣ ਨਾਲ ਸਿਰਫ ਇੱਜ਼ਤ ਹੋ ਜਾਂਦੀ ਹੈ। ਜੀ ਵੀਰ ਜੀ। ਜਦੋਂ ਰਿਸ਼ਤਾ ਲੈਣ ਆਉਂਦੇ ਨੇ ਬਿਲਕੁਲ। ਉਦੋਂ ਇਹ ਕਿਹਾ ਜਾਂਦਾ ਹੈ ਭਾਵੇਂ ਧੀ ਵਾਂਗੂ ਰਵੇ ਤੇ ਭਾਵੇਂ ਨੂੰਹ ਵਾਂਗੂ ਰਹੇ, ਮਰਜ਼ੀ ਇਹਦੀ ਹੈ, ਤੇ ਇੱਦਾਂ ਦੀਆਂ ਲੱਛੇਦਾਰ ਗੱਲਾਂ ਕੀਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਨਾ ਧੀ ਵਾਂਗੂ ਰੱਖ ਸਕਦੇ ਨੇ ਨਾ ਉਸ ਨੂੰ ਨੂੰਹ ਵਾਂਗੂ ਰੱਖ ਸਕਦੇ ਨੇ। ਇਹਦੇ ਉੱਤੇ ਕੀ ਕਹੋਗੇ? ਦੇਖੋ, ਧੀ ਵਾਂਗੂ ਗੱਲ ਜ਼ਰੂਰ ਕਰ ਲੈਂਦੇ ਨੇ, ਪਰ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਨਾ ਤੇ ਉਹਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੇ ਪੂਰੀ ਕੋਸ਼ਿਸ਼ ਹੁੰਦੀ ਹੈ ਮਾਮਿਆਂ ਦਾ ਸਨਮਾਨ ਜ਼ਰੂਰ ਕਰਨਾ ਹੈ, ਮਾਮੇ ਨੂੰ ਮੁੰਦਰੀ ਜ਼ਰੂਰ ਪਾਣੀ ਹੈ, ਇਹ ਮੇਰਾ ਫਲਾਨਾ ਰਿਸ਼ਤੇਦਾਰ ਹੈ, ਇਹਦੇ ਫਾਦਰ ਨੂੰ ਤੁਸੀਂ ਇਸ ਤਰ੍ਹਾਂ। ਸਾਡੇ ਇਹ ਇੱਕ ਰਸਮ ਹੁੰਦੀ ਹੈ, ਰਸਮਾਂ ਦੇ ਨਾਮ ਦੇ ਉੱਤੇ ਹੀ ਬੇਟੀ ਨੂੰ ਬਹੂ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਹੋ ਜਾਂਦਾ ਤੇ ਫਿਰ ਉਸ ਚੀਜ਼ ਨੂੰ ਅੱਗੇ ਕੰਟੀਨਿਊ ਉਹ ਪਰਿਵਾਰ ਕਰਦਾ ਹੀ ਰਹਿੰਦਾ ਹੈਗਾ। ਇਸ ਕਰਕੇ ਇਹ ਤੇ ਉਮੀਦ ਹੀ ਨਹੀਂ ਰੱਖਣੀ ਚਾਹੀਦੀ ਕਿ ਜੀ ਜਿਹੜੀ ਹੈਗੀ ਬਹੂ ਕਦੀ ਬੇਟੀ ਬਣ ਸਕਦੀ ਹੈ। ਨੂੰਹ ਤੇ ਧੀ ਘਰ ਦੀ ਆਨ ਬਾਨ ਸ਼ਾਨ ਹੁੰਦੀ ਸੀ, ਪਿੰਡ ਦਾ ਇੱਕ ਮਾਨ ਸਨਮਾਨ ਹੁੰਦੀ ਸੀਗੀ। ਬਿਲਕੁਲ। ਅੱਜ ਉਸ ਧੀ ਨੂੰ ਇਹ ਦੇਖ ਕੇ ਵੀ ਇਹ ਪੜ੍ਹੀ ਲਿਖੀ ਹੈ ਜਾਂ ਨਹੀਂ ਪੜ੍ਹੀ ਲਿਖੀ, ਉਸ ਨੂੰ ਕੰਮ ਕਾਜ 'ਤੇ ਭੇਜ ਦਿੱਤਾ ਜਾਂਦਾ, ਰਾਤ ਦੀ ਡਿਊਟੀ ਕਰਨ ਲਈ ਵੀ ਭੇਜ ਦਿੱਤਾ ਜਾਂਦਾ। ਇਹ ਜੇ ਇਹਨਾਂ ਦੀ ਆਪਣੀ ਧੀ ਹੋਵੇ ਕਿ ਉਹਦੇ ਨਾਲ ਇੱਦਾਂ ਦਾ ਕੰਮ ਕਰਨਗੇ? ਜਦੋਂ ਇਹ ਸੋਚਦੇ ਨੇ ਵੀ ਇਹ ਬੇਗਾਨੀ ਹੈ, ਚੱਲ ਇਹਨੂੰ ਤਾਂ ਭੇਜੋ ਰਾਤ ਨੂੰ ਕੰਮ ਕਰਨ ਲਈ, ਕੀ ਉਹਦੇ ਲਈ 2 ਵਕਤ ਦੀ ਰੋਟੀ ਵੀ ਹੈ ਨਹੀਂ ਆਉਂਦਿਆਂ ਸਾਰ ਹੁੰਦਾ, ਚੂੜੇ ਦਾ ਅਜੇ ਰੰਗ ਵੀ ਨਹੀਂ ਬਦਲਿਆ ਤੇ ਉਹਨੂੰ ਰਾਤ ਨੂੰ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਜਿਵੇਂ ਵਿਦੇਸ਼ਾਂ ਵਿੱਚ ਹੋ ਰਿਹਾ। ਸਾਡੇ ਕਈ ਜਿਹੜੇ ਪੰਜਾਬੀ ਪਰਿਵਾਰ ਨੇ ਉਹਨਾਂ 'ਚ ਇਹ ਗੱਲ ਦੇਖਣ ਨੂੰ ਆਈ ਹੈ। ਇਹਦੇ ਤੇ ਕੀ ਕਹੋਗੇ? ਦੇਖੋ, ਵਿਦੇਸ਼ਾਂ ਵਿੱਚ ਕੀ ਹੁੰਦਾ, ਜੇ ਲੜਕੀਆਂ ਬਾਹਰ ਕੰਮ ਤੇ ਜਾਂਦੀਆਂ ਵੀ ਨੇ ਤੇ ਉਹਨਾਂ ਦੇ ਹਸਬੈਂਡ ਉਹਨਾਂ ਦੇ ਨਾਲ ਘਰ ਦੇ ਵਿੱਚ ਮਦਦ ਕਰਦੇ ਆ। ਜੇ ਉੱਥੇ ਸੱਸਾਂ ਹੈਗੀਆਂ ਨੇ ਤੇ ਉਹ ਘਰ ਸੰਭਾਲਦੀਆਂ, ਨੂੰਹਾਂ ਆ ਕੇ ਘਰ ਦਾ ਕੋਈ ਕੰਮ ਨਹੀਂ ਕਰਦੀਆਂ। ਪਰ ਇੱਥੇ ਕੀ ਹੁੰਦਾ ਹੈਗਾ ਕਿ ਨੂੰਹ ਨੂੰ ਤੇ ਭੇਜਿਆ ਜਾਂਦਾ ਹੈ, ਧੀ ਤੇ ਨੂੰਹ ਦੇ ਵਿੱਚ ਫਰਕ ਹਮੇਸ਼ਾ ਹੀ ਰੱਖਿਆ ਜਾਂਦਾ ਹੈ। ਨੂੰਹ ਦੇ ਲਈ ਜਿਹੜੀ ਚੀਜ਼ ਸੋਚੀ ਜਾਂਦੀ ਆ ਉਹ ਧੀ ਦੇ ਲਈ ਨਹੀਂ ਹੁੰਦੀ। ਜੇ ਧੀ ਕੋਲ 50 ਸੂਟ ਵੀ ਹੈਗਾ ਨਾ ਤੇ ਉਹ ਘੱਟ ਹੈ, ਤੇ ਜੇ ਨੂੰਹ ਨੇ 2 ਸੂਟ ਵੀ ਮੰਗ ਲਏ ਆ ਤੇ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ। ਇਹ ਡਿਫਰੈਂਸ ਹਮੇਸ਼ਾ ਚੱਲਦਾ ਹੀ ਰਹਿੰਦਾ ਹੈਗਾ ਜੀ। ਦੇਖੋ, ਇੱਕ ਇਹ ਵੀ ਵਿਚਾਰ ਚੱਲਦੀ ਹੈ, ਸੱਸ ਕੁੱਟਣੀ ਸੰਦੂਕਾਂ ਔਲੇ, ਇਹ ਪਿਕਚਰ ਵੀ ਆਈ ਹੈ ਜੀ। ਤੇ ਇਹ ਇਹੋ ਜਿਹੀਆਂ ਹਾਸ ਵਿਅੰਗ ਤੇ ਹਾਸੇ ਠੱਠੇ ਚੱਲਦੇ ਨੇ। ਇਹ ਇਸੇ ਸਮਾਜ ਦੀ ਦੇਣ ਨੇ ਜਾਂ ਕੀ ਹੈ? ਇਹਦੇ ਬਾਰੇ ਕੀ ਕਹੋਗੇ? ਦੇਖੋ, ਹੁੰਦਾ ਕੀ ਹੈ, ਜਦੋਂ ਆਪਾਂ ਕਿਸੇ ਨਾਲ ਜ਼ਾਤੀ ਕਰਦੇ ਹਾਂ, ਜੇ ਮੰਨ ਲਓ ਕੋਈ ਸਾਨੂੰ ਸਾਡੇ ਮੂੰਹ ਤੇ ਗਾਲ ਨਹੀਂ ਨਾ ਕੱਢ ਸਕਦਾ ਜਾਂ ਸਾਨੂੰ ਸਾਡੇ ਮੂੰਹ ਤੇ ਕੁਝ ਨਹੀਂ ਕਹਿ ਸਕਦਾ, ਉਹਦੇ ਦਿਲ ਦੇ ਵਿੱਚ ਇਹ ਚੀਜ਼ ਜ਼ਰੂਰ ਰਹਿੰਦੀ ਹੈ। ਸੋ ਇਹ ਜਿਹੜਾ ਹਾਸੇ ਵਿਅੰਗ ਹੈਗਾ ਨਾ, ਨਹੀਂ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ, ਉਹ ਇਸੇ ਕਰਕੇ ਬਣਿਆ ਹੋਇਆ ਹੈ ਕਿ ਜੀ ਨੂੰਹਾਂ ਨੂੰ ਇਹ ਮੌਕਾ ਤੇ ਕਦੀ ਮਿਲਦਾ ਹੀ ਨਹੀਂ ਹੈ ਤੇ ਉਹ ਦਿਲ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਖੁਆਬ ਨੂੰ ਪਾਲੀ ਰੱਖਦੀਆਂ ਨੇ ਤੇ ਬੋਲੀ ਦੇ ਵਿੱਚ ਉਸ ਚੀਜ਼ ਨੂੰ ਪੂਰਾ ਕਰ ਲੈਂਦੀਆਂ। ਇੱਕ ਹੋਰ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਨੀ ਹੈ, ਉਹ ਇਹ ਹੈ ਵੀ ਜਦੋਂ ਇੱਕ ਧੀ ਜਦੋਂ ਵਿਆਹੀ ਆਉਂਦੀ ਹੈ
ਉਹ ਜੇ ਇੱਕ ਅਸੀਂ ਪੌਦਾ ਛੋਟਾ ਜਿਹਾ ਲਗਾਉਂਦੇ ਹਾਂ, ਉਹਨੂੰ ਇੱਕ ਜਗ੍ਹਾ ਤੋਂ ਪੁੱਟ ਕੇ ਪਨੀਰੀ ਨੂੰ ਦੂਜੀ ਜਗ੍ਹਾ ਤੇ ਲਗਾਉਂਦੇ ਹਾਂ, ਪਰਵਰਿਸ਼ ਕਰਦੇ ਹਾਂ, ਤੇ ਇਹ ਪਰਵਰਿਸ਼ ਉਸ ਧੀ ਲਈ ਵੀ ਹੈ ਜਿਹੜੀ ਇੱਕ ਪਰਿਵਾਰ ਨੂੰ ਛੱਡ ਕੇ, ਪਿਆਰ ਨੂੰ ਛੱਡ ਕੇ ਨਵੇਂ ਪਰਿਵਾਰ ਤੇ ਪਿਆਰ ਵਿੱਚ ਆਈਏ, ਤੇ ਉਹਦੇ ਨਾਲ ਜਿਹੜੀ ਪਰਵਰਿਸ਼ ਹੈ, ਜੇ ਉਹ ਨਹੀਂ ਕਰ ਸਕਦੇ ਸੱਸ ਸਹੁਰਾ ਪਰਿਵਾਰ, ਤਾਂ ਇਹ ਉਹਨਾਂ ਦੀ ਨਾਕਾਮੀ ਗਿਣੀ ਜਾਏਗੀ। ਤੇ ਫਿਰ ਉਹਨਾਂ ਦੀ ਸ਼ਕਲ ਜਿਹੜੀ ਹੈ ਸਮਾਜ ਦੇ ਵਿੱਚ ਰੌਣਕ ਹੀ ਹੋਈ ਹੁੰਦੀ ਹੈ। ਇਹਦੇ ਬਾਰੇ ਕੀ ਕਹੋਗੇ? ਦੇਖੋ, ਜਦੋਂ ਅਸੀਂ ਕਿਸੇ ਬੱਚੀ ਨੂੰ ਉਹਦੀ ਜਗ੍ਹਾ ਹੀ ਨਹੀਂ ਦਿੰਦੇ ਤੇ ਅਸੀਂ ਕਿੱਦਾਂ ਐਕਸੈਪਟ ਕਰਦੇ ਹੈਗੇ ਆ, ਜਾਂ ਕਿੱਦਾਂ ਅਸੀਂ ਉਹਦੇ ਤੋਂ ਇਸ ਚੀਜ਼ ਦੀ ਉਮੀਦ ਰੱਖਦੇ ਹੈਗੇ ਆ ਕਿ ਜੀ ਉਹ ਸਾਨੂੰ ਆਪਣੇ ਮਾਂ-ਪਿਓ ਦਾ ਦਰਜਾ ਦੇਗੀ, ਜਾਂ ਸਾਨੂੰ ਜਿਹੜਾ ਹੈਗਾ ਉਹ ਸਭ ਕੁਝ ਦਵੇ ਜੋ ਉਹਦਾ ਫਰਜ਼ ਬਣਦਾ ਹੈ ਜਾਂ ਉਹਨੂੰ ਦੇਣਾ ਚਾਹੀਦਾ ਹੈ ਸਾਡੇ ਅਕੋਰਡਿੰਗ, ਸਾਰਿਆਂ ਦੇ ਅਕੋਰਡਿੰਗ, ਠੀਕ ਹੈ ਨਾ। ਪਰ ਅਸੀਂ ਆਪਣੇ ਲੈਵਲ ਦੇ ਉੱਤੇ ਉਹਨੂੰ ਕੁਝ ਨਹੀਂ ਕਰਨਾ। ਕਦੀ ਕੋਈ ਸਾਸੂ ਮਾਂ ਇਹ ਨਹੀਂ ਦੇਖਦੀ ਕਿ ਜੀ ਗਰਮੀਆਂ ਸ਼ੁਰੂ ਹੋ ਰਹੀਆਂ ਜਾਂ ਸਰਦੀਆਂ ਸ਼ੁਰੂ ਹੋ ਰਹੀਆਂ ਤੇ ਮੈਂ ਬੱਚੇ ਨੂੰ 2 ਸੂਟ ਹੀ ਲੈ ਦੇਵਾਂ, ਜਾਂ ਲਿਆਓ ਅੱਜ ਇਹਦਾ ਕਿਸੇ ਚੀਜ਼ ਨੂੰ ਖਾਣ ਨੂੰ ਦਿਲ ਕਰ ਸਕਦਾ ਹੋਏਗਾ, ਮੈਂ ਇਹਨੂੰ ਕਦੀ ਆਪਣੇ ਨਾਲ ਮਾਰਕੀਟ ਹੀ ਲੈ ਜਾਵਾਂ। ਵੈਸੇ ਹੁਣ ਥੋੜਾ ਟ੍ਰੈਂਡ ਸ਼ੁਰੂ ਹੋਇਆ ਕਿ ਕਿੱਟੀਆਂ ਦੀ ਮਿਹਰਬਾਨੀ ਨਾਲ ਕਿ ਨੂੰਹਾਂ ਨੂੰ ਸੱਸਾਂ ਨੇ ਥੋੜਾ ਬਹੁਤ ਲਿਜਾਣਾ ਸ਼ੁਰੂ ਕੀਤਾ, ਪਰ ਉਹ ਵੀ ਮੈਂ ਦੇਖਿਆ ਹੈਗਾ ਕਿ 1 ਜਾਂ 2 ਕਿੱਟੀਆਂ ਤੋਂ ਬਾਅਦ ਉਹ ਵੀ ਬੰਦ ਹੋ ਜਾਂਦੀਆਂ ਨੇ। ਸੋ ਨਾਮ ਨੂੰ ਇਹ ਸਾਰਾ ਕੁਝ ਹੋ ਰਿਹਾ, ਪਰ ਜੇ ਅਸਲੀਅਤ ਵਿੱਚ ਦੇਖਿਆ ਜਾਵੇ ਤੇ ਅਸੀਂ ਜ਼ੀਰੋ ਦੇ ਉੱਤੇ ਸੀਗੇ ਤੇ ਅੱਜ ਵੀ ਜ਼ੀਰੋ ਦੇ ਉੱਤੇ ਖੜੇ ਆ। ਇੱਕ ਗੱਲ ਬਜ਼ੁਰਗਾਂ ਤੋਂ ਇਹ ਸੁਣਨ ਨੂੰ ਮਿਲੀ, ਹੱਥ ਮੇਰੇ ਟੁੱਕਰ ਤੇ ਸਿਰ ਮੇਰੇ ਛਿੱਤਰ। ਇਹ ਇੱਕ ਇਸੇ ਪ੍ਰਚਲਨ ਦਾ, ਇਸੇ ਇੱਕ ਕੜੀ ਦਾ ਇੱਕ ਹਿੱਸਾ ਹੈ। ਇਸ ਬਾਰੇ ਕੀ ਕਹੋਗੇ? ਜੋ ਨੂੰਹ ਨੇ ਫੇਸ ਕੀਤਾ ਹੁੰਦਾ, ਉਹ ਮੋੜਵੀਂ ਭਾਜੀ ਮੋੜ ਦਿੰਦੀ ਹੈ ਸੱਸ ਸਹੁਰੇ ਨੂੰ, ਤੇ ਫਿਰ ਸੱਸ ਸਹੁਰਾ ਜਿਹੜੇ ਨੇ ਉਹਨਾਂ ਨੂੰ ਲੋਕ ਕਹਿੰਦੇ ਨੇ ਵੇਖੋ ਵਿਚਾਰਿਆਂ ਦੀ ਨੂੰਹ ਨੇ ਕਦਰ ਨਹੀਂ ਕੀਤੀ, ਤੇ ਜਦੋਂ ਵਿਚਾਰੀ ਦੀ ਕਦਰ ਨਹੀਂ ਹੋਈ ਉਦੋਂ ਕੋਈ ਨਹੀਂ ਬੋਲਿਆ। ਇਹਦੇ ਬਾਰੇ ਕੀ ਕਹੋਗੇ? ਬਿਲਕੁਲ, ਜਦੋਂ ਨੂੰ ਸਾਰਾ ਖਾਣਾ ਵਗੈਰਾ ਬਣਾ ਲੈਂਦੀ ਹੈ, ਸਭ ਕੁਝ ਕਰ ਦਿੰਦੀ ਹੈਗੀ ਹੈ, ਪਰ ਜਦੋਂ ਉਹਦੇ ਆਪਣੇ ਖਾਣ ਦੀ ਵਾਰੀ ਆਉਂਦੀ ਹੈ ਨਾ, ਤੇ ਸੱਸ ਸਹੁਰੇ ਦੀ ਪਹਿਲੀ ਨਿਗਾਹ ਹੁੰਦੀ ਹੈ ਵੀ ਉਹ ਕੀ ਖਾਂਦੀ ਪਈ ਤੇ ਕਿੰਨਾ ਖਾਂਦੀ ਪਈ ਹੈ, ਤੇ ਉਹਦੇ ਉੱਤੇ ਟੋਕ ਰੋਕ ਵੀ ਹੁੰਦੀ ਹੈਗੀ ਹੈ। ਉਸ ਚੀਜ਼ ਨੂੰ ਉਹਨੂੰ ਇੰਨਾ ਜਿੱਦਾਂ ਕਹਿ ਲਓ ਘੂਰ ਕੇ ਰੱਖਿਆ ਜਾਂਦਾ ਹੈ ਕਿ ਉਹ ਪ੍ਰੋਪਰਲੀ ਆਪਣਾ ਫੂਡ ਵੀ ਇੰਜੋਏ ਨਹੀਂ ਕਰਦੀ। ਤੇ ਫਿਰ ਕਿੱਦਾਂ ਅਸੀਂ ਸੋਚਦੇ ਹੈਗੇ ਕਿ ਬੁਢਾਪੇ ਦੇ ਵਿੱਚ ਜਾ ਕੇ ਉਹ ਸਾਡੀ ਸੇਵਾ ਕਰੇ ਜਾਂ ਸਾਨੂੰ ਰੋਟੀ ਟੁੱਕ ਟਾਈਮ ਨਾਲ ਦੇਵੇ, ਜਦ ਅਸੀਂ ਉਹਦੀ ਕਦਰ ਨਹੀਂ ਕੀਤੀ, ਜੋ ਇੱਜ਼ਤ ਅਸੀਂ ਦਿੱਤੀ ਨਹੀਂ, ਉਹਦੀ ਸਾਨੂੰ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਜੀ। ਇੱਕ ਹੋਰ ਛੋਟਾ ਜਿਹਾ ਸਵਾਲ, ਬਿਲਕੁਲ। ਜਦੋਂ ਉਹ ਵਿਆਹੀ ਆਈ ਤੇ ਇੱਕ ਧੀ ਨੂੰ ਉਹਨੇ ਜਨਮ ਦੇ ਦਿੱਤਾ, ਤੇ ਇੱਕ ਪਰਿਵਾਰ ਨੂੰ ਮੈਂ ਇਹ ਕਹਿੰਦਿਆਂ ਸੁਣਿਆ ਉਹ ਧੀ ਹੋਈ ਹੈ, ਤੇ ਉਸ ਮੁੰਡੇ ਨੇ ਇਹ ਦਲੇਰੀ ਦਿਖਾਈ ਕਹਿਣ ਦੀ, ਕਹਿੰਦਾ ਜੀ ਉਹ ਨਹੀਂ ਕਰਨਾ, ਇਹ ਆਪਣੇ ਪਿਓ ਦੀ ਧੀ ਹੈ, ਆਪਣੇ ਦਾਦੇ ਦੀ ਪੋਤੀ ਹੈ, ਤੁਹਾਨੂੰ ਉਹ ਕਰਨ ਦਾ ਕੋਈ ਅਖਤਿਆਰ ਨਹੀਂ। ਇਹ ਇੱਕ ਸਮਾਜ ਦਾ ਇੱਕ ਦ੍ਰਿਸ਼ਟੀਕੋਣ ਹੈ। ਜੇ ਉਹਨੇ ਇਸ ਗੱਲ ਨੂੰ ਨੱਥ ਪਾਈ ਤੇ ਗੱਲ ਉੱਥੇ ਹੀ ਰੁਕ ਗਈ। ਇਹਦੇ ਬਾਰੇ ਕੀ ਕਹੋਗੇ? ਬਿਲਕੁਲ, ਹਰ ਬਾਪ ਨੂੰ ਅੱਗੇ ਹੋ ਕੇ ਆਪਣੀ ਬੇਟੀ ਨੂੰ ਰਿਸਪੈਕਟ ਦਿਵਾਉਣੀ ਚਾਹੀਦੀ ਹੈ। ਵੈਸੇ ਵੀ ਕਹਾਵਤ ਹੈਗੀ ਹੈ ਕਿ ਧੀਆਂ ਜਿਹੜੀਆਂ ਹੁੰਦੀਆਂ ਨੇ ਬਾਪ ਦੀਆਂ ਲਾਡਲੀਆਂ ਹੁੰਦੀਆਂ ਨੇ, ਤੇ ਉਸ ਚੀਜ਼ ਦੇ ਲਈ ਅਗਰ ਬਾਪ ਆਪਣੀਆਂ ਬੱਚੀਆਂ ਦੇ ਲਈ ਸਟੈਂਡ ਲਏਗਾ ਤੇ ਜ਼ਰੂਰ ਸਾਡਾ ਸਮਾਜ ਵੀ ਬਦਲੇਗਾ, ਪਰਿਵਾਰ ਬਦਲਣਗੇ, ਸਮਾਜ ਬਦਲੇਗਾ, ਤੇ ਸਾਡੀਆਂ ਧੀਆਂ ਨੂੰ ਇੱਕ ਇੱਜ਼ਤ ਦੀ ਜ਼ਿੰਦਗੀ ਜ਼ਰੂਰ ਮਿਲੇਗੀ। ਇਹੋ ਜਿਹੇ ਜਿਹੜੇ ਸ਼ਿਕਾਰੀ ਸਮਾਜ ਵਿੱਚ ਬੈਠੇ ਨੇ, ਉਹਨਾਂ ਨੂੰ ਪਹਿਚਾਨਣਾ ਜ਼ਰੂਰੀ ਹੈ ਜਾਂ ਨਹੀਂ ਹੈ? ਬਹੁਤ ਜ਼ਰੂਰੀ ਹੈ। ਸਾਡੀ ਬੱਚਿਆਂ ਦੀ ਸੇਫਟੀ ਵਾਸਤੇ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈਗੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਬੈਠੇ ਦਰਿੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਪਹਿਚਾਣ ਕਰੀਏ ਤੇ ਉਹਨਾਂ ਨੂੰ ਆਪਣੀਆਂ ਬੱਚੀਆਂ ਤੋਂ ਦੂਰ ਰੱਖੀਏ। ਇੱਕ ਛੋਟੀ ਜਿਹੀ ਗੱਲ ਹੋਰ ਜੀ, ਇਹ ਕਿਹਾ ਜਾਂਦਾ ਆਮ ਤੌਰ ਤੇ, ਬਾਪ ਕਹੇਗਾ, ਦਾਦਾ ਕਹੇਗਾ, ਦਾਦੀ ਕਹੇਗੀ, ਮਾਂ ਕਰਦਾ ਬੱਚਾ, ਤੇ ਕਦੀ ਉਹਨੂੰ ਇਹ ਨਹੀਂ ਦੇਖਿਆ ਜਾਂਦਾ ਵੀ ਮਾਂ ਕਿੰਨਾ ਪਿਆਰ ਦਿੰਦੀ ਹੈ, ਆਪਣਾ ਹਰ ਦੁੱਖ ਸੁੱਖ ਜਿਹੜਾ ਭੁੱਲ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਹੈ। ਤੇ ਉਹਨਾਂ ਵਾਂਗੂ ਇਹਨਾਂ ਜਿਹੜੇ ਹਸਤੀਆਂ ਨੇ ਜਿਨ੍ਹਾਂ ਦੇ ਮੈਂ ਨਾਮ ਲਏ ਨੇ, ਉਹਨਾਂ ਵਾਂਗੂ ਦੁਰੇ ਨਹੀਂ ਕਰਦੇ। ਤੇ ਫਿਰ ਮਾਂ ਵਾਕਈ ਮਾਂ ਹੈ ਤੇ ਠੰਡੀ ਛਾਂ ਹੈ। ਇਸ ਬਾਰੇ ਕੋਈ ਦੋ ਰਾਵਾਂ? ਜੀ, ਮਾਂ ਦੇ ਲਈ ਤੇ ਕੁਝ ਕਹਿਣਾ ਹੀ, ਮਾਂ ਰੱਬ ਦਾ ਦੂਜਾ ਰੂਪ ਹੈ। ਜਨਮ ਦੇਣ ਦਾ ਹੱਕ ਜਾਂ ਤੇ ਰੱਬ ਦੇ ਕੋਲ ਹੈ ਤੇ ਜਾਂ ਫਿਰ ਮਾਂ ਦੇ ਕੋਲ ਹੈ। ਪਰਮਾਤਮਾ ਨੇ ਸਾਡੀ ਮੂਰਤ ਨੂੰ ਬਣਾਇਆ ਤੇ ਉਸ ਮੂਰਤ ਨੂੰ ਇਸ ਜ਼ਮੀਨ ਦੇ ਉੱਤੇ ਲਿਆਉਣ ਦਾ ਕੰਮ ਕਰਦੀ ਹੈਗੀ ਹੈ ਮਾਂ। ਸੋ ਮਾਂ ਦੇ ਮੁਕਾਬਲੇ ਅਸੀਂ ਕਿਸੇ ਹੋਰ ਨੂੰ ਖੜਾ ਕਰਨ ਦੀ ਸੋਚਣਾ ਵੀ ਨਹੀਂ ਚਾਹੀਦਾ। ਸਾਨੂੰ ਖੜਾ ਹੋਣਾ ਤੇ ਬੜੀ ਦੂਰ ਦੀ ਗੱਲ ਹੈ। ਇੱਕ ਛੋਟੇ ਬੱਚੇ ਨੂੰ ਇਹ ਕਿਹਾ ਜਾਏ
ਆ ਦੇਖੋ ਪਾਪਾ ਤੇਰੀ ਮੰਮਾ ਨੂੰ ਮਾਰਨ ਲੱਗੇ ਆ ਤੇ ਛੋਟਾ ਬੱਚਾ ਪਾਪਾ ਦੇ ਗਲ ਜਾ ਕੇ ਪੈਂਦਾ ਹੈ। ਇਹ ਇੱਕ ਇਸੇ ਪ੍ਰਕਰਨ ਦਾ ਹਿੱਸਾ ਹੈ। ਉਹਨੂੰ ਬਿਲਕੁਲ। ਕਿਸੇ ਨੇ ਸਮਝਾਇਆ ਨਹੀਂ। ਬਿਲਕੁਲ, ਕਿਉਂਕਿ ਮਾਂ ਦੀਆਂ ਅੰਦਰਾਂ ਦੇ ਨਾਲ ਬੱਚਾ ਜੁੜਿਆ ਹੁੰਦਾ ਹੈ ਤੇ ਉਹ ਜਿਹੜਾ ਪਿਆਰ, ਉਹ ਜਿਹੜੀ ਚੀਜ਼ ਹੁੰਦੀ ਹੈ, ਪਿਆਰ ਨੂੰ ਦਿਖਾਵੇ ਦੀ ਜ਼ਰੂਰਤ ਨਹੀਂ ਹੁੰਦੀ। ਮਾਂ ਚਾਹੇ ਆਪਣੇ ਬੱਚੇ ਨੂੰ 100 ਵਾਰੀ ਡਾਂਟੇ, ਪਰ ਫਿਰ ਵੀ ਕਹਾਵਤ ਹੈਗੀ ਹੈ, ਆਪਣੀ ਅੰਮੜੀ ਲਾਵੇ ਚਮੜੀ ਫੇਰ ਅੰਮੜੀ ਦੀ ਅੰਮੜੀ। ਮਾਂ ਜਿਹੜੀ ਹੁੰਦੀ ਹੈ ਆਪਣੇ ਬੱਚੇ ਨੂੰ ਜਿੰਨਾ ਮਰਜ਼ੀ ਕੁਝ ਕਹਿ ਦੇਵੇ, ਪਰ ਉਹ ਦਿਲੋਂ ਆਪਣੇ ਬੱਚੇ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਤੇ ਬੱਚੇ ਵੀ ਉਸ ਪਿਆਰ ਨੂੰ ਮਹਿਸੂਸ ਕਰਦੇ ਨੇ ਔਰ ਸਮਝਦੇ ਵੀ ਨੇ। ਬਿਲਕੁਲ। ਅੱਜ ਗੱਲਾਂ ਇੰਨੀਆਂ, ਕੋਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅੱਜ ਮਾਵਾਂ ਦੀ ਗੱਲ ਕੀਤੀ ਹੈ, ਮਾਵਾਂ ਦਾ ਦਿਨ 2 ਦਿਨ ਪਹਿਲੇ ਲੰਘਿਆ ਹੈ, ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀਗੀ। ਮਾਂ ਠੰਡੀ ਛਾਂ ਕਿਵੇਂ ਹੁੰਦੀ ਹੈ, ਇਸ ਦਾ ਨਿੱਘ ਕੌਣ ਮੰਨਦਾ ਹੈ, ਇਹ ਸਿਰਫ ਮਾਵਾਂ ਵਾਲਿਆਂ ਨੂੰ ਹੀ ਪਤਾ ਹੈ। ਮਾਵਾਂ ਵਾਲਿਓ, ਘੱਟੋ ਘੱਟ ਥੋੜ੍ਹੀ ਜਿਹੀ ਜੇ ਤੁਸੀਂ ਇਸ ਦੇ ਉੱਤੇ ਜੋ ਅਸੀਂ ਗੱਲ ਕੀਤੀ ਹੈ ਆਪਣਾ ਫੀਡਬੈਕ ਦੇ ਦਿਓਗੇ, ਇਸ ਨੂੰ ਸ਼ੇਅਰ ਕਰ ਦਿਓਗੇ, ਲਾਈਕ ਕਰ ਦਿਓਗੇ, ਤੇ ਸਾਡੀ ਹੌਸਲਾ ਅਫਜ਼ਾਈ ਹੋ ਜਾਏਗੀ। ਅੱਗੇ ਤੋਂ ਵੀ ਤੁਸੀਂ ਸਾਡੀ ਤਾਕਤ ਹੋ ਬਣੇ ਰਹੋਗੇ। ਚੱਲਦੇ ਹਾਂ, ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।